ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਤਕਾ ਅਖਾੜਾ ਸ਼ਹੀਦ ਬਾਬਾ ਅਜੀਤ ਸਿੰਘ ਜੀ ਨਿਊ ਜਰਸੀ ਪੇਸ਼ ਕਰਦੇ ਹਨ 5ਵੀਂ ਵਰ੍ਹੇਗੰਢ ਨਾਰਥ ਅਮਰੀਕਨ ਗੱਤਕਾ ਟੂਰਨਾਮੈਂਟ ਮੈਦਾਨੇ ਜੰਗ 2019 ਜੋ ਕਿ ਸਮੂਹ ਪ੍ਰਾਂਤਨ ਸੂਰਬੀਰ ਮਤਾਵਾਂ ਅਤੇ ਬੀਬੀਆਂ ਨੂੰ ਸਮਰਪਿਤ ਹੋਵੇਗਾ, ਜਿਸ ਦੇ ਵਿੱਚ $10,000 ਤੋਂ ਵੱਧ ਕੈਸ਼ ਇਨਾਮ ਤੇ ਪ੍ਰਾਈਜ਼ ਵੰਡੇ ਜਾਣਗੇ। ਇਹ ਮੁਕਾਬਲਾ 14 ਜੁਲਾਈ ਦਿਨ ਐਤਵਾਰ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਹੋਏਗਾ। ਪੂਰੇ ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਖਿਡਾਰੀ ਪਹੁੰਚ ਰਹੇ ਹਨ। ਮੁਕਾਬਲੇ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ theyoung.org ਤੇ ਆਨਲਾਈਨ ਰਜਿਸਟ੍ਰੇਸ਼ਨ ਕਰਨੀ ਲਾਜ਼ਮੀ ਹੈ। ਰਜਿਸਟ੍ਰੇਸ਼ਨ ਡੈਡਲਾਈਨ 30 ਜੂਨ ਦੀ ਹੈ। ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੱਤਕੇ ਮੁਕਾਬਲੇ ਵਿੱਚ ਪਹੁੰਚ ਕੇ ਵੱਧ ਚੜ੍ਹ ਕੇ ਹਾਜ਼ਰੀ ਭਰੋ ਅਤੇ ਖਿਡਾਰੀਆਂ ਦੇ ਜ਼ੋਰ ਵੇਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਦੋ ਜਿਹੜੇ ਕੇਸ ਹੈਗੇ ਆ ਉਹ ਵਿਚਾਰ ਚਰਚਾ ਦੇ ਅਧੀਨ ਲਿਆਵਾਂਗੇ। ਪਹਿਲਾ ਇਹ ਕਿ ਜਿਹੜਾ ਮੋਹਿੰਦਰਪਾਲ ਬਿੱਟੂ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਸੀ, ਉਹਨਾਂ ਦਾ ਕਤਲ ਨਾਭਾ ਦੀ ਜੇਲ੍ਹ ਦੇ ਵਿੱਚ ਹੋਇਆ। ਉਹ ਡੇਰਾ ਸਿਰਸਾ ਮੁਖੀ ਦੇ ਨਜ਼ਦੀਕੀਆਂ ਵਿੱਚੋਂ ਸਨ ਤੇ ਉਹਨਾਂ ਦੀ ਜਿਹੜੀ ਕੋਰ ਕਮੇਟੀ ਹੈ ਉਹਦਾ ਹਿੱਸਾ ਸਨ। ਉਸ ਮਾਮਲੇ ਦੇ ਵਿੱਚ ਜਿਹੜੇ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੇਲ੍ਹ ਦੇ ਵਿੱਚ ਨੇ, ਇਸ ਵਕਤ ਪੁਲਿਸ ਕਸਟਡੀ ਦੇ ਵਿੱਚ। ਉਹਨਾਂ ਦੇ ਵਕੀਲ ਨੇ ਜਿਹੜੇ ਸਰਦਾਰ ਜਸਪ੍ਰੀਤ ਸਿੰਘ ਉਹਨਾਂ ਦਾ ਨਾਮ ਹੈ, ਸਿੱਖ ਨੌਜਵਾਨ ਦਾ, ਜਿਨ੍ਹਾਂ ਨੂੰ ਬੁਰੀ ਤਰ੍ਹਾਂ ਪੁਲਿਸ ਕਸਟਡੀ ਦੇ ਵਿੱਚ ਪਟਿਆਲਾ ਦੀ ਪੁਲਿਸ ਵੱਲੋਂ ਬੁਰੀ ਤਰ੍ਹਾਂ ਮਾਰ ਕੁਟਾਈ ਦੀ ਜਿਹੜੀ ਖਬਰ ਹੈ ਉਹ ਸਾਡੇ ਸਾਹਮਣੇ ਆਈ ਹੈ। ਤੇ ਉਹਨਾਂ ਦੇ ਵਕੀਲ ਸਰਦਾਰ ਜਸਪਾਲ ਸਿੰਘ ਮੰਝਪੁਰ ਵੱਲੋਂ ਇਹ ਜਿਹੜਾ ਕੇਸ ਹੈ ਉਹ ਇੱਕ ਅਰਜ਼ੀ ਦੇ ਤੌਰ ਤੇ ਹਾਈ ਕੋਰਟ ਤੱਕ ਇਸ ਮਾਮਲੇ ਦੇ ਵਿੱਚ ਪਹੁੰਚ ਕੀਤੀ ਗਈ ਹੈ। ਸੋ ਜਿੱਥੇ ਅਸੀਂ ਇਹ ਦੇਖ ਰਹੇ ਹਾਂ ਇਨਸਾਫ ਮਿਲਣ ਦੀ ਲਾਈਨ ਇੱਕ ਪਾਸੇ ਹੁੰਦੀ ਹੈ ਤੇ ਉੱਥੇ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਦੀ ਬੁਰੀ ਤਰ੍ਹਾਂ ਜਿਹੜੀ ਕੁੱਟਮਾਰ ਦੀਆਂ ਘਟਨਾਵਾਂ ਨੇ ਪੁਲਿਸ ਹਿਰਾਸਤ ਦੇ ਵਿੱਚ ਉਹ ਇਸ ਵਕਤ ਜਾਰੀ ਜਿਹੜੀ ਹੈਗੀ ਹੈ ਉਹ ਨਜ਼ਰ ਆ ਰਹੀ ਹੈ। ਤੇ ਦੂਜਾ ਜਿਹੜਾ ਮਾਮਲਾ ਹੈ ਉਹ ਅਸੀਂ ਦੇਖਿਆ ਕਿ ਕਿਵੇਂ ਪੰਜਾਬ ਦੇ ਵਿੱਚ ਜਦੋਂ 1984 ਦੇ ਦੌਰ ਤੋਂ ਬਾਅਦ ਜਿਹੜੇ ਝੂਠੇ ਪੁਲਿਸ ਮੁਕਾਬਲੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋਈਆਂ, ਉਹ ਅੱਜ ਤੱਕ ਜਿਹੜੇ ਸੈਂਕੜਿਆਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪੈਂਡਿੰਗ ਵੀ ਨੇ ਮਾਮਲੇ ਅਦਾਲਤਾਂ ਦੇ ਵਿੱਚ ਜਿਹੜੇ ਚੱਲ ਰਹੇ ਨੇ। ਤੇ ਜਿਹਦੇ ਵਿੱਚ ਕਿਸੇ ਇੱਕ ਮਾਮਲੇ ਦੇ ਵਿੱਚ ਜਿਹੜਾ ਹਰਜੀਤ ਸਿੰਘ ਦਾ 1984 ਦੇ ਵਿੱਚ ਜਿਹੜਾ ਕਤਲ ਕੀਤਾ ਗਿਆ ਸੀ, ਉਹਦੇ ਵਿੱਚ 4 ਪੁਲਿਸ ਵਾਲਿਆਂ ਨੂੰ ਦੋਸ਼ੀ ਜਿਹੜਾ ਹੈ CBI ਦੀ ਅਦਾਲਤ ਨੇ ਠਹਿਰਾਇਆ ਸੀ ਤੇ ਉਹਨਾਂ ਨੂੰ ਉਮਰ ਕੈਦ ਦੀ ਜਿਹੜੀ ਸਜ਼ਾ ਉਹ ਦਿੱਤੀ ਸੀ। ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਗਵਰਨਰ ਵੱਲੋਂ ਉਹਨਾਂ ਦੀ ਜਿਹੜੀ ਸਜ਼ਾ ਹੈ ਉਹ ਮੁਆਫ ਕਰ ਦਿੱਤੀ ਗਈ ਹੈ ਤੇ ਉਹਨਾਂ ਨੂੰ ਰਿਹਾਈ ਦੇ ਦਿੱਤੀ ਗਈ ਹੈ। ਸੋ ਇਹ ਜਿਹੜੇ ਦੋ ਕੇਸ ਨੇ, ਦੋ ਮਾਮਲੇ ਨੇ, ਇਹਨਾਂ ਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਕੀ ਜਿਹੜਾ ਕਾਨੂੰਨ ਹੈ ਉਹ ਸਿੱਖਾਂ ਦੇ ਪ੍ਰਤੀ ਜਿਹੜੇ ਦੋਹਰੇ ਮਾਪਦੰਡ ਨੇ ਉਹ ਕਿਉਂ ਅਪਣਾਏ ਜਾਂਦੇ ਨੇ ਤੇ ਇਹਦੇ ਪਿੱਛੇ ਕਾਰਨ ਕੀ ਨੇ। ਸੋ ਇਹ ਜਿਹੜੀ ਗੱਲਬਾਤ ਹੈ ਇਹਦੇ ਲਈ ਅੱਜ ਸਾਡੇ ਨਾਲ ਲੁਧਿਆਣਾ ਤੋਂ ਵਕੀਲ ਸਰਦਾਰ ਜਸਪਾਲ ਸਿੰਘ ਮੰਝਪੁਰ ਸਾਡੇ ਨਾਲ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਮੰਝਪੁਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੰਝਪੁਰ ਸਾਹਿਬ, ਜਿਹੜਾ ਇਹ ਸਾਰਾ ਜਸਪ੍ਰੀਤ ਸਿੰਘ ਦੇ ਟੌਰਚਰ ਦਾ ਮਾਮਲਾ ਹੈ ਜਿਹਦੀ ਅਰਜ਼ੀ ਤੁਸੀਂ ਪਾਈ ਹੈ ਹਾਈ ਕੋਰਟ ਦੇ ਕੋਲ, ਇਹਦੇ ਬਾਰੇ ਮੈਂ ਥੋੜੀ ਜਿਹੀ ਡਿਟੇਲ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ। ਕਿੱਦਾਂ ਦਾ ਜਿਹੜਾ ਮਾਹੌਲ ਹੈ ਉਹ ਜੇਲ੍ਹ ਦੇ ਵਿੱਚ, ਜਾਂ ਕਿਵੇਂ ਇਹ ਸਾਰਾ ਮਾਮਲਾ ਬਾਹਰ ਕਿਵੇਂ ਆਇਆ? ਦੇਖੋ, ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਜਿਹੜੀ ਬੋਲਦੇ ਜਵਾਹਰ ਸਿੰਘ ਵਾਲਾ ਗੁਰੂ ਸਾਹਿਬ ਦਾ ਸਰੂਪ ਚੋਰੀ ਕਰਕੇ ਤੇ ਉਹ ਇਸ਼ਤਿਹਾਰ ਲਾ ਕੇ ਫਿਰ ਬੇਅਦਬੀ ਕਰਕੇ ਥਾਂ ਤੇ ਮਹਾਰਾਜ ਜੰਗ ਜਿਹੜੇ ਖਿਲਾਰ ਕੇ ਉਹ ਸਾਰੀ ਘਟਨਾਕ੍ਰਮ ਦਾ ਜਿਹੜਾ ਕੋਈ ਮੁੱਖ ਦੋਸ਼ੀ ਸੀ ਸਰਸੇ ਵਾਲਿਆਂ ਦੀ 45 ਮੈਂਬਰੀ ਕਮੇਟੀ ਦਾ ਮਹਿੰਦਰਪਾਲ ਬਿੱਟੂ,
ਉਹ CBI ਵੱਲੋਂ ਚਾਰਜ ਸ਼ੀਟ ਕੀਤਾ ਗਿਆ ਸੀ, ਭਾਵੇਂ ਕਿ ਉਸ ਕੇਸ 'ਚ ਬੇਲ ਸੀ, ਹੋਰ ਕਿਸੇ ਕੇਸ ਦੇ ਵਿੱਚ ਅੰਦਰ ਸੀ। ਸੋ ਉਹਨੂੰ ਜਿਹੜਾ ਨੌਜਵਾਨਾਂ ਨੇ ਸਿੱਖੀ ਭਾਵਨਾ ਦਾ ਪ੍ਰਗਟਾ ਕਰਦੇ ਹੋਏ ਦੋ ਨੌਜਵਾਨਾਂ ਨੇ ਜਿਹੜਾ ਉਹਨੂੰ ਉੱਤੇ ਜਿਹੜਾ ਸੋਧਾ ਲਾਇਆ ਜੇਲ੍ਹ ਦੇ ਅੰਦਰ। ਬਾਅਦ ਦੇ ਵਿੱਚ ਫਿਰ ਉਹ ਨੌਜਵਾਨਾਂ ਨੂੰ ਦੋ ਉਸੇ ਜੇਲ੍ਹ ਦੇ ਨਵੀਂ ਜੇਲ੍ਹ ਦੇ ਇੱਕ ਪੁਰਾਣੀ ਜੇਲ੍ਹ ਦੇ ਨੌਜਵਾਨ ਜਿਹੜਾ ਜਸਪ੍ਰੀਤ ਸਿੰਘ ਸੀ, ਜਿਹੜਾ ਆਲਰੇਡੀ ਜਿਹੜਾ ਘਵੱਦੀ ਬੇਅਦਬੀ ਹੋਈ ਸੀ 2016 ਦੇ ਵਿੱਚ, ਤੇ ਉਹ ਔਰਤ ਨੂੰ ਗੁਰਦੁਆਰਾ ਆਲਮਗੀਰ ਮੰਜੀ ਸਾਹਿਬ ਗੁਰਦੁਆਰਾ ਆਲਮਗੀਰ ਜਿਹੜਾ ਹੈ ਉੱਥੇ ਉਹਨੂੰ ਸੋਧਾ ਲਾਇਆ ਸੀ ਦੋ ਨੌਜਵਾਨਾਂ 'ਚ। ਉਹਨਾਂ 'ਚੋਂ ਇੱਕ ਨੌਜਵਾਨ ਸੀ ਜਸਪ੍ਰੀਤ ਸਿੰਘ, ਸੋ ਉਹਨੂੰ ਵੀ ਵਿੱਚ ਨਾਲ ਜਿਹੜੇ ਇੰਪਲੀਕੇਟ ਕੀਤਾ ਗਿਆ। ਤੇ ਪਹਿਲਾਂ ਨੌਜਵਾਨਾਂ ਦੇ ਉੱਤੇ ਵੀ ਦੋਵਾਂ ਦੇ ਉੱਤੇ ਵੀ ਤਸ਼ੱਦਦ ਢਾਇਆ ਗਿਆ। ਤੇ ਜਦੋਂ ਇਹਨਾਂ ਨੂੰ ਪੇਸ਼ ਕੀਤਾ ਗਿਆ ਇਕੱਠਿਆਂ ਨੂੰ 25 ਤਰੀਕ ਨੂੰ, ਤਾਂ ਇਹਨਾਂ ਨੇ ਪੁਲਿਸ ਨੇ ਜੱਜ ਦੀ ਮੈਜਿਸਟ੍ਰੇਟ ਦੀ ਮਿਲੀ ਭੁਗਤ ਦੇ ਨਾਲ ਹੀ 9 ਵਜੇ ਕੋਰਟ ਟਾਈਮ 10 ਵਜੇ ਆ ਜੱਜ ਸਾਈਡ ਤੋਂ ਜਿਹੜੀਆਂ ਪੌੜੀਆਂ ਜਾਂ ਲਿਖਤਾਂ ਉਹਨਾਂ ਰਾਹੀਂ ਲਿਜਾ ਕੇ 9 ਵਜੇ ਉਹਨਾਂ ਦਾ ਰਿਮਾਂਡ ਜਿਹੜਾ ਐਕਸਟੈਂਡ ਕਰਤਾ। ਸੋ ਸਾਨੂੰ ਉਸ ਆਧਾਰ ਦੇ ਉੱਤੇ ਸ਼ੱਕ ਹੋਇਆ ਵੀ ਜ਼ਰੂਰ ਕੁਛ ਨਾ ਕੁਛ, ਕਿਉਂਕਿ ਉੱਥੇ ਪਟਿਆਲੇ ਪੇਸ਼ ਕੀਤਾ ਗਿਆ ਡਿਊਟੀ ਮੈਜਿਸਟ੍ਰੇਟ ਤੇ ਛੁੱਟੀਆਂ ਸੀ, ਵੈਸੇ ਨਾਭੇ ਦਾ ਕੇਸ ਹੈਗਾ, ਡਿਊਟੀ ਮੈਜਿਸਟ੍ਰੇਟ ਪਟਿਆਲੇ ਸੀ। ਸੋ ਉੱਥੇ ਬਲਜਿੰਦਰ ਸਿੰਘ ਸੋਢੀ ਵਕੀਲ ਸਾਹਿਬ ਉਹ ਆਲਰੇਡੀ ਉੱਥੇ ਵਕਾਲਤਨਾਮਾ ਲਾ ਚੁੱਕੇ ਸੀ। ਉਹਨਾਂ ਨੂੰ ਵੀ ਕੋਰਟ ਨੇ ਇੰਟੀਮੇਟ ਨਹੀਂ ਕੀਤਾ ਵੀ ਟਾਈਮ ਜਾਂ ਪਲੇਸ ਜਿਹੜੀ ਬਦਲੀ ਆ ਜਾਂ ਅਸੀਂ 9 ਵਜੇ ਛੇਤੀ ਪੇਸ਼ ਕਰਨਾ ਹੈਗਾ। ਨਾ ਕੋਰਟ ਨੇ ਨਾ ਪੁਲਿਸ ਨੇ ਉਹਨਾਂ ਨੂੰ ਨਹੀਂ ਦੱਸਿਆ। ਮੈਂ ਉਸ ਦਿਨ ਗਿਆ 9:30 ਵਜੇ ਪਹੁੰਚਿਆ ਸੀ ਵੀ 10 ਵਜੇ ਕੋਰਟ ਜਿਹੜਾ ਟਾਈਮ ਹੈਗਾ। ਸੋ ਬਾਅਦ ਦੇ ਵਿੱਚ ਸ਼ਾਮ ਨੂੰ ਉਹ ਸਾਰਾ ਜਾਣੀ ਕਿ ਉਹਨਾਂ ਦਾ ਸ਼ੱਕੀ ਵਤੀਰਾ ਹੋਇਆ ਵੀ ਵਕੀਲ ਨੂੰ ਵੀ ਇੰਟੀਮੇਟ ਕੀਤਾ ਜ਼ਰੂਰ ਕੋਈ ਨਾ ਕੋਈ ਇਹਦੇ 'ਚ ਨੌਜਵਾਨਾਂ ਦਾ ਕੋਈ ਹੋ ਸਕਦਾ, ਉਹਨਾਂ ਦਾ ਮਾੜਾ ਬਿਹੇਵੀਅਰ ਤਸ਼ੱਦਦ ਦਾ ਜਿਹੜਾ ਵਜ੍ਹਾ ਹੋ ਸਕਦੀ ਹੈ। ਤੇ ਫਿਰ ਉਹਦੇ ਮਦਰ ਜਿਹੜੇ ਆ ਜਸਪ੍ਰੀਤ ਸਿੰਘ ਦੇ ਤੇ ਇੱਕ ਦੋ ਹੋਰ ਨੌਜਵਾਨਾਂ ਦੇ ਜਿਹੜੇ ਪਰਿਵਾਰ ਵਾਲੇ ਉਹਨਾਂ ਨੂੰ CBI ਸਟਾਫ ਰੱਖਿਆ ਸੀ ਪਟਿਆਲੇ, ਉੱਥੇ ਮਿਲਣ ਗਏ। ਉਹਦੇ ਮਦਰ ਨੇ ਬਾਅਦ ਦੇ ਵਿੱਚ ਸ਼ਾਮ ਨੂੰ ਮੈਨੂੰ ਫੋਨ ਕੀਤਾ, ਮੈਂ ਉਦੋਂ ਤੱਕ ਲੁਧਿਆਣੇ ਆ ਚੁੱਕਾ ਸੀ ਵੀ ਉੱਥੇ ਤਾਂ ਉਦੋਂ ਖੜਿਆ ਨਹੀਂ ਜਾਂਦਾ, ਉਹਦੇ ਜਾਨੀ ਸਿਰ ਦੇ ਵਾਲ ਖਿਲਰੇ ਸੀ, ਬੁਰਾ ਹਾਲ ਸੀਗਾ ਉਹਦਾ। ਤੇ ਫਿਰ ਮੈਂ ਉਸੇ ਟਾਈਮ ਹੀ ਉਹਨਾਂ ਦੇ ਮਦਰ ਦੇ ਬਿਹਾਫ ਦੇ ਉੱਤੇ ਹਾਈ ਕੋਰਟ ਨੂੰ ਜਿਹੜੀ ਆ ਉਹਨਾਂ ਨੂੰ ਐਪਲੀਕੇਸ਼ਨ ਜਿਹੜੀ ਦਰਖਾਸਤ ਉਹ ਸੈਂਡ ਕਰ ਦਿੱਤੀ ਈਮੇਲ। ਸੋ ਉਹ ਅਗਲੇ ਦਿਨ 28 ਤਰੀਕ ਨੂੰ ਫਿਰ ਸੋਢੀ ਸਾਹਿਬ ਨੇ ਵੀ ਉੱਥੇ ਪਟਿਆਲੇ ਐਪਲੀਕੇਸ਼ਨ ਲਾ ਦਿੱਤੀ ਵੀ ਜਿਹੜਾ ਤੁਸੀਂ ਮੈਡੀਕਲ ਇਹ ਕਰਾ ਰਹੇ ਸੀ ਸੈਟਿਸਫਾਈਡ ਨਹੀਂ ਹੈਗੇ, ਤੁਸੀਂ ਬੋਡੀ ਦੀ ਪੂਰੀ ਸਕਰੀਨਿੰਗ ਕਰਾਈ ਜਾਵੇ ਤੇ ਬੋਰਡ ਕੋਲੋਂ ਯਾਨੀ ਕਿ ਕਰਾਈ ਜਾਵੇ, ਜਿਹੜੀ ਇੱਥੇ ਵੀ ਅਸੀਂ ਸੈਟਿਸਫਾਈਡ ਸਿੰਗਲ ਡਾਕਟਰ ਤੋਂ ਨਹੀਂ ਹੈਗੇ। ਸੋ ਉਹਨੇ ਐਪਲੀਕੇਸ਼ਨ 29 'ਚ ਰੱਖ ਲਈ। 29 ਤੋਂ ਫਿਰ ਉਹਨੇ ਮੈਜਿਸਟ੍ਰੇਟ ਜਿਹੜਾ ਇਲਾਕਾ ਮੈਜਿਸਟ੍ਰੇਟ ਉਹਨੂੰ ਭੇਜਤੀ 1 ਤਰੀਕ ਨੂੰ। ਨਾਭੇ ਵਾਲੇ ਨੇ ਫਿਰ ਉਹ ਡਿਸਪੋਜ਼ ਆਫ ਕਰਤੀ ਬਿਨਾਂ ਕੋਈ ਡਾਇਰੈਕਸ਼ਨ ਕੀਤੇ। ਦੇ ਨੌਜਵਾਨ ਜਿਹੜੇ ਉਹ ਚਲੇ ਗਏ ਜੁਡੀਸ਼ੀਅਲ ਕਸਟਡੀ 'ਚ, ਮੈਕਸੀਮਮ ਸਿਕਿਉਰਿਟੀ ਨਾਭਾ ਭੇਜੇ ਗਏ। ਉਹ ਇਹ ਸਾਰਾ ਆਮ ਹੀ ਸਾਰਿਆਂ ਦੇ ਨਾਲ ਇਹ ਵਰਤਾਰਾ ਜਿਹੜਾ ਇੱਥੇ ਖਾਸ ਤੌਰ ਤੇ ਜਦੋਂ ਸਿੱਖਾਂ ਵਾਲੇ ਸੰਬੰਧਿਤ ਕੋਈ ਕੇਸ ਹੁੰਦੇ ਆ ਤਾਂ ਉਹਨਾਂ ਦੇ ਨਾਲ ਇਹੋ ਜਿਹੜਾ 28 ਡਿਗਰੀ ਟੌਰਚਰ ਜਿਹੜਾ ਤਸ਼ੱਦਦ ਹੁੰਦਾ, ਕਿਉਂਕਿ ਜਿਹੜੀ ਇੰਡੀਆ ਨੇ ਅਜੇ ਤੱਕ ਜਿਹੜੀ UN ਦੀ ਜਿਹੜੀ ਟੌਰਚਰ ਵਿਰੋਧੀ ਹੈਗੀ ਆ treaty ਉਹਦੇ ਵਿੱਚ ਸਾਈਨ ਕਰਕੇ ਰੈਟੀਫਾਈ ਨਹੀਂ ਜਿਹੜਾ ਉਹਨੂੰ ਕੀਤਾ ਹੋਇਆ। ਸੋ ਇਸ ਕਰਕੇ ਇਹਨਾਂ ਨੂੰ ਜਿਵੇਂ ਜੱਗੀ ਜੌਹਲ ਦਾ ਮਸਲਾ ਵੀ ਸੀਗਾ ਉਹਨੂੰ ਵੀ ਟੌਰਚਰ ਹੋਇਆ, ਉਹ ਵੀ ਬੋਰਡ ਉਹਨਾਂ ਨੇ ਡਿਕਲਾਈਨ ਕੀਤਾ। ਤੇ ਬਾਅਦ 'ਚ ਹਾਈ ਕੋਰਟ ਵੀ ਰਿਟ ਪਟੀਸ਼ਨ ਪਾਈ, ਉਹ ਅਜੇ ਤੱਕ ਪੈਂਡਿੰਗ ਆ ਹਾਈ ਕੋਰਟ ਦੀ ਰਿਟ ਪਟੀਸ਼ਨ। ਹੁਣ ਜੇ ਹਾਈ ਕੋਰਟ ਕੋਈ ਡਾਇਰੈਕਸ਼ਨ ਕਰਦੀ ਆ 2 ਸਾਲ ਬਾਅਦ ਕਿ ਉਹਨਾਂ ਦੇ ਮੈਡੀਕਲ ਕਰਾਓ ਤਾਂ ਉਹਦੇ ਵਿੱਚ ਕੀ ਆਊਗਾ। ਸੋ ਇੰਸਟੈਂਟ ਜਿਹੜਾ ਹੈਗਾ ਮਿਲੀ ਭੁਗਤ ਮੈਜਿਸਟ੍ਰੇਟ ਦੀ ਤੇ ਪੁਲਿਸ ਦੀ ਜਿਹੜੀ ਉਹ ਜਾਂ ਡਾਕਟਰ ਦੀ ਜਿਹੜੀ ਸਾਹਮਣੇ ਆਉਂਦੀ ਹੈਗੀ ਆ। ਸੋ ਇਸੇ ਕਰਕੇ ਆ ਵੀ ਕਿਉਂਕਿ ਉਹ ਸਾਰਾ ਸਿਸਟਮ ਜਿਹੜਾ ਭੁਗਤਣਾ ਇਹਨਾਂ ਨੌਜਵਾਨਾਂ ਦੇ ਖਿਲਾਫ ਭੁਗਤਣਾ ਚਾਹੁੰਦਾ ਸੀ ਜਾਂ ਭੁਗਤਿਆ, ਤਾਂ ਉਹਨਾਂ ਨੇ ਸਾਰਾ ਕੁਛ ਕੀਤਾ। ਫਿਰ ਵੀ ਅਸੀਂ ਕੋਈ ਲੀਗਲ ਐਂਗਲ ਤੋਂ ਜਿੰਨਾ ਕਰ ਸਕਦੇ ਹਾਂ ਤੇ ਹਾਈ ਕੋਰਟ ਦੇਖਦੇ ਨੇ ਉੱਤੇ ਕੀ ਕਰਦਾ। ਪਰ ਜੇ ਕੋਈ ਹੁਣ ਉਹਦੇ 'ਚ ਅਸੀਂ ਜਿਹੜੀ ਐਪਲੀਕੇਸ਼ਨ ਮੇਰੇ ਵੱਲੋਂ ਗਈ ਆ ਹਾਈ ਕੋਰਟ ਨੂੰ, ਉਹਦੇ ਮੈਜਿਸਟ੍ਰੇਟ ਦੇ ਖਿਲਾਫ ਵੀ ਲਿਖਿਆ ਵੀ ਇਹਨੇ ਵੀ ਜਿਹੜੀਆਂ ਸੁਪਰੀਮ ਕੋਰਟ ਦੀ ਗਾਈਡਲਾਈਨਸ ਹੈਗੀਆਂ ਵੀ ਲੀਗਲ ਰਿਪਰੈਜ਼ੈਂਟੇਸ਼ਨ ਦਿੱਤੀ ਜਾਵੇ, ਉਹ ਇਹਨੇ ਦਿੱਤੀ ਕੋਈ ਨਹੀਂ। ਔਰ ਟਾਈਮ ਤੇ ਨੇ ਜਿਹੜਾ ਰਿਮਾਂਡ ਜਿਹੜਾ ਬਿਨਾਂ ਕੋਈ ਉਹਦੇ ਤੋਂ ਲੀਗਲ ਰਿਪਰੈਜ਼ੈਂਟੇਸ਼ਨ ਤੋਂ ਦੇਤਾ, ਸੋ ਉਹਨੂੰ ਵੀ ਨੋਟ ਹੋ ਸਕਦਾ। ਬਾਕੀ ਕਿਉਂਕਿ ਮਿਲੀ ਭੁਗਤ ਹੁੰਦੀ ਆ ਫਿਰ ਚਾਂਸ ਬਹੁਤ ਘੱਟ ਹੋ ਜਾਂਦੇ ਆ। ਜੇ ਕਿਤੇ ਕੋਈ ਮਿਲਦਾ ਵੀ ਆ, ਜਿਵੇਂ ਤੁਸੀਂ ਗੱਲ ਕੀਤੀ 4 ਪੁਲਿਸ ਸਾਰਿਆਂ ਦੀ ਜਿਹੜੀ ਆਪਾਂ ਅੱਗੇ ਗੱਲ ਕਰਨੀ ਹੈ, ਫਿਰ ਉਹਨਾਂ ਨੂੰ ਇਸ ਤਰ੍ਹਾਂ ਜਿਹੜਾ ਜ਼ਰੂਰ ਹੈ। ਦੇਖੋ ਦੋਹਰੇ ਮਾਪਦੰਡ ਤਾਂ 1947 1950 ਤੋਂ ਹੀ ਆ ਤੇ ਲਗਾਤਾਰ ਜਾਰੀ ਹੈ। ਹੁਣ ਪਿਛਲੇ ਸਮੇਂ ਤੋਂ ਥੋੜਾ ਜਿਹਾ ਜ਼ਿਆਦਾ ਤੇਜ਼ੀ ਦੇ ਨਾਲ ਜਿਹੜੀਆਂ ਐਗਜ਼ਾਮਪਲਾਂ ਸਾਨੂੰ ਦੇਖਣ ਨੂੰ ਮਿਲਦੀਆਂ ਕਿ ਆਹ ਕੀ ਹੋਈ ਜਾਂਦਾ ਸਾਡੇ ਨਾਲ।
ਜੀ ਨਹੀਂ, ਇਹਦੇ ਵਿੱਚ ਦੋਹਰੇ ਜਿਹੜੇ ਮਾਪਦੰਡ ਨੇ ਉਹ ਵੀ ਕਿਤੇ ਨਾ ਕਿਤੇ ਸਾਫ਼ ਨਜ਼ਰ ਆਉਂਦੇ ਆ ਵੀ ਇੱਕ ਪਾਸੇ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਨੂੰ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੇ ਵਿੱਚ ਜਿਹੜਾ ਹੈ ਉਹ ਸਜ਼ਾ ਵੀ ਹੁੰਦੀ ਹੈ ਜਿਹੜੀ ਉਹਨਾਂ ਨੂੰ ਵੀ ਛੱਡ ਦਿੱਤਾ ਜਾਂਦਾ, ਤੇ ਦੂਜੇ ਪਾਸੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਜੇ ਮਾਮਲੇ ਨੂੰ ਦੇਖੀਏ, ਸਾਰੇ ਪਾਰਟ ਦੇ ਵਿੱਚ ਜਿਹੜੇ ਰੇਪ ਕਨਵਿਕਟ ਹੈਗੇ ਆ ਗੁਰਮੀਤ ਰਾਮ ਰਹੀਮ ਡੇਰਾ ਸਿਰਸਾ ਮੁਖੀ ਨੇ, ਜਿਹੜੇ ਉਹ ਜੇਲ੍ਹ ਦੇ ਵਿੱਚ ਨੇ, ਅਰਜ਼ੀ ਪਾਉਂਦੇ ਨੇ ਤੇ ਉਹਨਾਂ ਨੂੰ ਪੈਰੋਲ ਦੇਣ ਦੀ ਜਿਹੜੀ ਕਵਾਇਦ ਹੈ ਉਹ ਸ਼ੁਰੂ ਕਰ ਦਿੱਤੀ ਜਾਂਦੀ ਹੈ, ਹਾਲਾਂਕਿ ਉਹ ਵਾਪਸ ਲੈ ਲਈ। ਪਰ ਕਿਵੇਂ ਜਿਹੜਾ ਸਿਸਟਮ ਹੈ ਉਹ ਸਿੱਖਾਂ ਦੇ ਖਿਲਾਫ ਕਿਸ ਹਿਸਾਬ ਨਾਲ ਡੀਲ ਕਰਦਾ ਹੈ, ਤੇ ਜਦੋਂ ਉਹੀ ਕੇਸ ਉੱਦਾਂ ਦੇ ਹੀ ਜਿਹੜੇ ਕੇਸ ਨੇ ਉਹ ਡੇਰਾ ਸਿਰਸਾ ਦੇ ਖਿਲਾਫ ਹੋਵੇ ਜਾਂ ਹੋਰ ਜਿਹੜੇ ਪਾਵਰ ਦੇ ਵਿੱਚ ਲੋਕ ਹੈਗੇ ਆ ਉਹਨਾਂ ਦੇ ਖਿਲਾਫ ਇਦਾਂ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਤਾਂ ਉਹਨਾਂ ਦਾ ਜਿਹੜਾ ਸਾਰੀ ਕਾਰਵਾਈ ਦਾ ਢੰਗ ਤਰੀਕਾ ਉਹ ਕੰਪਲੀਟਲੀ ਬਦਲ ਜਾਂਦਾ ਹੈ। ਹਾਂਜੀ, ਦੇਖੋ ਜੀ ਹੁਣ ਇਹੀ ਹੈ ਸਿਰਸਾ ਡੇਰੇ ਵਾਲੇ ਦੀ ਜਿਹੜੀ ਰੋਲ ਦੀ ਵੈਸੇ ਮੈਂ ਲੀਗਲ ਐਂਗਲ ਤੋਂ ਦੇਖਾਂ ਤੇ ਹਰੇਕ ਕੈਦੀ ਦਾ ਰਾਈਟ ਆ ਰੋਲ, ਪਰ ਸਟੇਟ ਨੇ ਦੇਖਣਾ ਹੁੰਦਾ। ਜੇ ਰਾਈਟ ਆ ਤਾਂ ਫਿਰ ਜਦ ਸਾਰਿਆਂ ਨੂੰ ਦਿੰਦੇ ਹੋਣ ਨਾ, ਤੇ ਅਸੀਂ ਕਹੀਏ ਵੀ ਕਿ ਹਾਂਜੀ ਦੇਖੋ ਸਾਰਿਆਂ ਨੂੰ ਦਿੰਦੇ ਆ, ਉਹਦੇ 'ਚ ਨਹੀਂ ਹੈਗੀ ਕੰਡੀਸ਼ਨ ਵੀ ਜਿਹੜੇ ਬੰਦੇ ਦੇ ਉੱਤੇ ਪੈਂਡਿੰਗ ਆ ਕੇਸ ਅਜੇ ਤੱਕ, ਉਹਨਾਂ ਨੂੰ ਪੈਂਡਿੰਗ ਕੇਸ ਦੀ ਜੇ ਜੇਲ੍ਹ 'ਤੇ ਹੋਣ ਤਾਂ ਫਿਰ ਉਹ ਰੋਲ ਇਨੀਸ਼ੀਏਟ ਕਰਨ ਦੇ ਜਿਹੜੇ ਉਹ ਐਲੀਜੀਬਲ ਹੁੰਦਾ। ਜਿਹੜੇ ਥਾਣੇ ਜਿਹੜੇ ਕੇਸ ਹੈਗੇ ਆ ਜਿਹੜੇ ਇਹਨਾਂ ਦੇ ਇਹ ਜਿਹੜਾ ਬੇਲ ਦੇ ਉੱਤੇ ਆ ਉਹਨਾਂ ਕੇਸਾਂ ਦੇ, ਪਰ ਉਹ ਯਾਨੀ ਕਿ ਇੰਨੇ ਸੀਰੀਅਸ ਮੈਟਰ ਹੈਗੇ ਆ। ਪਿਛਲੇ ਜਦੋਂ ਇਹਦੀ ਅਰੈਸਟ ਹੋਈ ਸੀ ਉਦੋਂ ਪੰਚਕੂਲੇ ਕੀ ਕੁਛ ਹੋਇਆ, ਉਹ ਸਾਰਾ ਕੁਛ ਫਿਰ ਸਾਹਮਣੇ ਰੱਖ ਕੇ ਸਟੇਟ ਨੂੰ ਫੈਸਲਾ ਲੈਣਾ ਚਾਹੀਦਾ, ਪਰ ਉਹ ਇਹਨੂੰ ਇੱਕ ਪੋਲੀਟੀਕਲ ਇਸ਼ੂ ਬਣਾਤਾ ਜਾਂਦਾ। ਬੀਜੇਪੀ ਦੇ ਮੰਤਰੀ ਸੰਤਰੀ ਖੁੱਲੇ ਓਪਨ ਉਹਦੇ ਜਿਹੜੀ ਸਪੋਰਟ ਕਰ ਰਹੇ ਆ, ਉਹ ਦਿਖਾ ਰਹੇ ਵੀ ਅਸੀਂ ਤੇਰੇ ਨਾਲ ਆ, ਤੇ ਜਿਹੜੀ ਫਿਰ ਉਹਨੇ ਐਪਲੀਕੇਸ਼ਨ ਆਉਣ ਨੂੰ ਉਹਨੂੰ ਕਿਹਾ ਹੋਣਾ ਵੀ ਬਈ ਖਾਰਜੀ ਹੋਣੀ ਹੈ ਤੇਰੀ, ਤੂੰ ਵਾਪਸ ਲੈ ਲਾ, ਤਾਂ ਉਹਨੇ ਉਹ ਵੀ ਮਿਲੀ ਭੁਗਤ ਦੇ ਨਾਲ ਹੀ ਉਹਦੀ ਜਿਹੜੀ ਆ ਉਹ ਵਾਪਸ ਲਈ ਗਈ। ਜ਼ਰੂਰ ਉਹਨੂੰ ਇਹਦੇ ਬਦਲੇ ਵੀ ਕੋਈ ਨਾ ਕੋਈ ਸਹੂਲਤਾਂ ਜਿਹੜੀਆਂ ਜੇਲ੍ਹ ਦੇ ਵਿੱਚ ਮੁਹੱਈਆ ਕਰਾਈਆਂ ਜਾਣਗੀਆਂ, ਵੀ ਉਹ ਉਹਨਾਂ ਨੂੰ ਯਾਨੀ ਕਿ ਇੱਕ ਸਿਆਸੀ ਬਣਾ ਕੇ ਤੇ ਉਹਨੂੰ ਫਿਰ ਵਾਪਸ ਦੁਆਰੇ ਹੋ ਸਕਦਾ ਇਲੈਕਸ਼ਨ ਤੋਂ ਬਾਅਦ। ਵੈਸੇ ਵੀ ਜਦੋਂ ਚੋਣ ਜ਼ਾਬਤਾ ਲੱਗ ਜਾਣਾ ਫਿਰ ਕੋਈ ਹਰਿਆਣੇ ਦੇ ਵਿੱਚ ਇਲੈਕਸ਼ਨ ਆ 3 ਮਹੀਨਿਆਂ ਦੇ, ਤਾਂ ਉਹ ਕੋਈ ਕੈਦੀ ਨੂੰ ਫਿਰ ਵੈਸੇ ਹੀ ਛੁੱਟੀ ਜਿਹੜੀ ਆ ਉਹ ਨਹੀਂ ਮਿਲਣੀ, ਤੇ ਉਸ ਤੋਂ ਬਾਅਦ ਹੋ ਸਕਦਾ ਉਹਨੂੰ ਬੇਲ ਜਾਂ ਦੂਜੇ ਕੇਸਾਂ ਦੇ ਵਿੱਚ ਹਾਈ ਕੋਰਟ ਤੋਂ ਜਾਂ ਸੁਪਰੀਮ ਕੋਰਟ ਤੋਂ ਕੋਈ ਯਾਨੀ ਕਿ ਉਹਨੂੰ ਰਾਹਤ ਮਿਲ ਜਾਵੇ। ਮੰਨ ਲਓ ਜਿਹੜੇ ਕੇਸ ਹਨ ਦੇ ਸਜ਼ਾ ਆਈ ਆ ਰੇਪ ਦੇ ਵਿੱਚ, ਉਹ 'ਚ ਉਹਨੇ ਅੱਡ ਅੱਡ ਸਜ਼ਾਵਾਂ ਕੀਤੀਆਂ, ਹੋ ਸਕਦਾ ਹਾਈ ਕੋਰਟ ਤੋਂ ਉਹ ਸਜ਼ਾਵਾਂ ਜਿਹੜੀਆਂ ਕਨਕਰੈਂਟ ਕਰਾ ਲੈਣ, ਸਾਰੀਆਂ ਸਜ਼ਾਵਾਂ ਜਿਹੜੀਆਂ ਦੂਜੀ ਉਮਰ ਕੈਦ ਦੀ ਹੋਈ ਆ ਉਹ ਕਨਕਰੈਂਟ ਹੋ ਜਾਵੇ। ਫਿਰ ਯਾਨੀ ਕਿ ਉਹਨਾਂ ਨੇ ਕਰਨਾ ਤਾਂ ਹੈਗਾ ਉਹਨੂੰ ਫੈਸਿਲੀਟੇਟ। ਹੁਣ ਲੋਕਾਂ ਦਾ ਇਕੱਲੇ ਸਿੱਖਾਂ ਦਾ ਵੀ ਦਬਾਅ ਹੈ ਨਹੀਂ, ਜਿਹੜੇ ਹਰਿਆਣੇ ਦੇ ਲੋਕ ਇਹਦੇ ਜ਼ੁਲਮਾਂ ਤੋਂ ਤੰਗ ਆ, ਜਿਹੜੀਆਂ ਦੂਜੀਆਂ ਧਿਰਾਂ ਹੈਗੀਆਂ ਜਿਹੜੀਆਂ ਰੇਪ ਵਿਕਟਮ ਹੈਗੀਆਂ, ਜਾਂ ਛਤਰਪਤੀ ਦਾ ਹੈਗਾ ਲੜਕਾ ਹੈਗਾ, ਉਹ ਪੂਰੀ ਪੈਰਵਾਈ ਜਿਹੜੀ ਆ ਉਹ ਲੀਗਲ ਐਂਗਲ ਤੋਂ ਵੀ ਕਰ ਰਹੇ ਹੈਗੇ। ਸੋ ਜੇ ਤਾਂ ਪ੍ਰੋ ਸਾਰਿਆਂ ਨੂੰ ਦੇਣੀ ਆ ਫਿਰ ਠੀਕ ਹੈ, ਕਹਿੰਦਾ ਸਾਰਿਆਂ ਨੂੰ ਦਿਓ। ਕਦੀ ਕਿਸੇ ਦੀ ਕੋਈ ਰਿਜੈਕਟ ਹੋਵੇ ਨਾ। ਭਾਈ ਪਰਮਜੀਤ ਸਿੰਘ ਝੋਰਾ ਤਾਂ ਆਪਣੀ ਮਾਂ ਨੂੰ ਮਿਲਣ ਵਾਸਤੇ ਵੀ ਪ੍ਰੋਲ ਜਿਹੜੀ ਆ ਬਿਮਾਰ ਮਾਂ ਨੂੰ ਉਹਨੂੰ ਨਹੀਂ ਦਿੱਤੀ ਜਿਹੜੀ ਜਾਂਦੀ ਆ, ਬਾਕੀਆਂ ਨੂੰ ਜਿਹੜੀ ਆ ਇੰਨੀਆਂ ਇੰਨੇ ਯਾਨੀ ਕਿ ਧਰਨਿਆਂ ਮੁਜ਼ਾਹਰਿਆਂ ਤੋਂ ਬਾਅਦ ਲਖਵਿੰਦਰ ਸਿੰਘ ਉਹਨਾਂ ਨੂੰ ਜਿਹੜੀ ਪ੍ਰੋਲ ਦਿੱਤੀ ਗਈ। ਸੋ ਇਹ ਹੁੰਦਾ ਤਾਂ ਪੋਲੀਟੀਕਲ ਡਿਸੀਜਨ ਹੈ ਕਿਹਨੂੰ ਨਹੀਂ, ਪਰ ਇੱਥੇ ਇਹੀ ਹੈ ਵੀ ਲਾ ਨੂੰ ਪੋਲੀਟੀਕਲ ਉਹਨਾਂ ਵੱਲੋਂ ਲੋਕਾਂ ਵੱਲੋਂ ਤੋੜਿਆ ਮਰੋੜਿਆ ਜਾਂਦਾ ਜਾਂ ਇੱਕ ਦਬਾਅ ਬਣਾਇਆ ਜਾਂਦਾ। ਸੋ ਇਹ ਸਾਰਾ ਘਟਨਾਕ੍ਰਮ ਕਿਸੇ ਨਾ ਕਿਸੇ ਤਰ੍ਹਾਂ ਮਹਿੰਦਰਪਾਲ ਦੀ ਜੋੜ ਕੇ ਉਹਨਾਂ ਨੇ ਯਤਨ ਕੀਤਾ ਕਿ ਇੱਕ ਉਹ ਮਰ ਗਿਆ, ਉਹਦੀ ਹਮਦਰਦੀ ਲੋਕਾਂ ਨੇ ਹੋ ਗਈ ਵੀ ਦੇਖੋ ਮਰ ਗਿਆ, ਤੇ ਉਹਨਾਂ ਨੇ ਸਾਰਾ ਕੱਟ ਵੀ ਕੀਤਾ। ਉੱਥੇ ਐਲਾਨ ਵੀ ਹੋਏ ਵੀ ਸਾਰੇ ਕੇਸ ਵਾਪਸ ਲਾਓ ਸਾਡੇ, ਅਸੀਂ ਫਿਰ ਉਹਨੂੰ ਸੰਸਕਾਰ ਕਰਾਂਗੇ। ਸੋ ਉਹ ਗੱਲਾਂ ਵੀ ਇੰਨੀਆਂ ਸੁਖਾਵੀਆਂ ਨਹੀਂ ਹੁੰਦੀਆਂ। ਸੋ ਅਲਟੀਮੇਟਲੀ ਸੰਸਿਆ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਟੇਟ ਨੇ ਯਾਨੀ ਕਿ ਉਹਨਾਂ ਦੀ ਬੀਜੇਪੀ ਖੜੀ ਆ ਤੇ ਉਹਨੂੰ ਕੋਈ ਨਾ ਕੋਈ ਰਾਹਤ ਮਿਲਣੀ ਆ। ਉਹਨੂੰ ਪ੍ਰੋ ਨਹੀਂ ਦੇ ਸਕੇ ਲੋਕਾਂ ਦੇ ਦਬਾਅ ਕਰਕੇ, ਲੋਕ ਚੇਤਨ ਹੋ ਕੇ ਇਸ ਗੱਲ ਦੇ ਮਗਰ ਪੈ ਗਏ। ਹਰਿਆਣੇ ਦੇ ਵਿੱਚ ਵੀ ਵੱਡੀ ਪੱਧਰ ਦੇ ਉੱਤੇ ਜਾਂ ਉਹਨਾਂ ਨੇ ਹਾਈ ਕੋਰਟ ਲਾਉਣ ਦੀ ਜਿਹੜੀ ਗੱਲ ਕੀਤੀ ਉਹ ਤਾਂ ਲੱਗਣੀ ਸੀ ਜੇ ਉਹਦੀ ਪਰੋਲ ਉਹਨੂੰ ਦੇ ਦਿੰਦੇ ਜੀ, ਉਹ ਨਹੀਂ ਲੱਗੀ ਕਿਉਂਕਿ ਉਹਨੂੰ ਪਰੋਲ ਦੇ ਪ੍ਰੋਸੈਸ ਦੇ ਵਿੱਚ ਸੀ। ਪ੍ਰੋਸੈਸ ਦੇ ਵਿੱਚ ਹੀ ਫਿਰ ਉਹਨੂੰ ਉਹਨਾਂ ਨੇ ਕਿਹਾ ਹੋਣਾ ਤੂੰ ਵਾਪਸ ਲੈ ਲਾ, ਸਾਨੂੰ ਕਾਰਜ ਕਰਨੀ ਪੈਣੀ ਹੈ। ਸੋ ਇਹ ਜਿਹੜੀ ਉਹ ਨੈਚੁਰਲ ਜਸਟਿਸ ਆ ਜਿਹੜਾ ਉਹ ਹੋਇਆ ਵੀ ਉਹਨੂੰ ਜਿਹੜੀ ਪਰੋਲ ਨਹੀਂ ਦਿੱਤੀ ਗਈ ਅਲਟੀਮੇਟਲੀ, ਪਰ ਅੱਜ ਨਹੀਂ ਤੇ ਕੱਲ੍ਹ ਉਹਨੂੰ ਰਾਹਤ ਦੇਣ ਦੇ ਪੂਰੇ ਜਿਹੜੇ ਦਿਸਦੇ ਆਕਾਰ ਸੀ ਉਹਨੂੰ ਬੀਜੇਪੀ ਹਰ ਤਰ੍ਹਾਂ ਉਹਨੂੰ ਜਿਹੜੀ ਰਾਹਤ ਦੇਣ ਦੀ ਕੋਸ਼ਿਸ਼ ਕਰੂਗੀ। ਪਰ ਨਾਲ ਦੀ ਨਾਲ ਉਸ ਸਿਸਟਮ ਦੇ ਵਿੱਚ ਚੰਗੇ ਬੰਦੇ ਕੋਚ ਹੁੰਦੇ ਜਿਨ੍ਹਾਂ ਦੇ ਹੱਥ ਜਦੋਂ ਇਹ ਵਸ ਪੈ ਜਾਂਦੀ ਇਹੋ ਜਿਹੀ ਗੱਲ ਤਾਂ ਉਹਨੂੰ ਇਸ ਤਰ੍ਹਾਂ ਕਰਨਾ ਜਿਹੜਾ ਸੌਖਾ ਨਹੀਂ ਹੁੰਦਾ। ਸੋ
ਹਾਈ ਕੋਰਟ ਨੇ ਕਿਉਂਕਿ ਉਦੋਂ ਬਹੁਤ ਇਨੀਸ਼ੀਏਟਿਵ ਲਿਆ, ਉੱਥੋਂ ਦੇ ਜੱਜ ਸਾਧੂ ਸਾਹਿਬ ਨੇ, ਉਹਨੇ ਸਾਰਾ ਕੁਝ ਇਹ ਜਿਹੜਾ ਪੰਚਕੂਲੇ ਸੀ ਹੋਇਆ ਉਹਦੇ ਖਿਲਾਫ ਜਿਹੜੀ ਕਾਰਵਾਈ ਹੋਈ। ਪਰ ਅਲਟੀਮੇਟਲੀ ਦੇਖੋ ਜਿਨ੍ਹਾਂ ਲੋਕਾਂ ਨੇ ਪੰਚਕੂਲੇ ਦੇ ਵਿੱਚ ਜਿਹੜੇ ਪ੍ਰੇਮੀਆਂ ਨੇ ਉੱਥੇ ਹਦਰੰਗ ਮਚਾਇਆ ਸੀ, ਉਹ ਹੌਲੀ ਹੌਲੀ ਜਿਹੜੇ ਆ ਕੇਸਾਂ ਦੇ ਵਿੱਚ ਬਰੀ ਹੋਈ ਹੋ ਰਿਹਾ, ਕਿਉਂਕਿ ਲੋਅਰ ਲੈਵਲ ਦੀ ਜੁਡੀਸ਼ਰੀ ਜਿਹੜੀ ਆ ਉਹ ਮੈਨੇਜ ਕਰਨੀ ਸਟੇਟ ਵਾਸਤੇ, ਪੋਲੀਟੀਕਲ ਪਾਰਟੀਆਂ ਵਾਸਤੇ ਥੋੜੀ ਜ਼ਿਆਦਾ ਸੌਖੀ ਹੁੰਦੀ ਹੈ। ਸੋ ਹੈ ਤਾਂ ਇਹ ਕਹਾਣੀਆਂ ਜੁਡੀਸ਼ਰੀ ਵਾਸਤੇ ਵੀ ਇਹ ਇੱਕ ਬਹੁਤ ਮਾੜੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ, ਦਿਨੋਂ ਦਿਨ ਵੱਧ ਰਹੀਆਂ ਹੈਗੀਆਂ, ਤੇ ਇਹਦੇ ਕੋਈ ਚੰਗੇ ਨਤੀਜੇ ਸਾਹਮਣੇ ਆਉਣ ਦੀ ਕੋਈ ਉਮੀਦ ਨਹੀਂ ਹੈ ਜੀ। ਤੇ ਮੰਚਪੁਰ ਸਾਹਿਬ, ਜਿਹੜਾ ਇਹ ਸਾਡੇ ਸਾਹਮਣੇ ਸਾਰਾ ਮਾਮਲਾ ਆਇਆ, ਜਿਵੇਂ ਅਸੀਂ ਇੱਕ ਪਾਸੇ ਦੇਖਦੇ ਹਾਂ ਬੰਦੀ ਸਿੰਘਾਂ ਦੀ ਗੱਲ ਹੈਗੀ ਆ ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਰਿਹਾਈ, ਤਾਂ ਇੱਕ ਪਾਸੇ ਉਹਨਾਂ ਨੂੰ ਪੈਰੋਲ ਲਈ ਵੀ ਜਿਹੜੀ ਹੈ ਜਹਿਦ ਕਰਨੀ ਪੈ ਰਹੀ ਹੈ ਤੇ ਪੈਰੋਲ ਵੀ ਨਹੀਂ ਦਿੱਤੀ ਜਾ ਰਹੀ ਸਿਸਟਮ ਵੱਲੋਂ। ਤੇ ਇਹ ਕੀ ਕਾਨੂੰਨੀ ਹੱਥਕੰਡਾ ਵਰਤਿਆ ਗਿਆ ਕਿ ਜਿਹੜੇ 4 ਕਨਵਿਕਟ ਹੈਗੇ ਆ, 4 ਦੋਸ਼ੀ ਪੁਲਿਸ ਵਾਲੇ ਜਿਨ੍ਹਾਂ ਨੇ ਹਰਜੀਤ ਸਿੰਘ ਨਾਮ ਦੇ ਸਿੱਖ ਨੌਜਵਾਨ ਨੂੰ 1994 ਦੇ ਵਿੱਚ ਜਿਹੜਾ ਹੈ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਮੁਕਾਇਆ ਸੀ, ਤੇ CBI ਦੀ ਅਦਾਲਤ ਵੱਲੋਂ ਉਹਨਾਂ ਨੂੰ ਉਮਰ ਕੈਦ ਦਿੱਤੇ ਜਾਣ ਦੇ ਬਾਵਜੂਦ ਜਿਹੜਾ ਹੈ ਗਵਰਨਰ ਵੱਲੋਂ ਉਹਨਾਂ ਨੂੰ ਜਿਹੜਾ ਛੱਡ ਦਿੱਤਾ ਜਾਂਦਾ ਹੈ। ਦੇਖੋ ਜਿਹੜਾ ਗਵਰਨਰ ਦੇ ਜਿਹੜੀਆਂ ਉਹਦੀਆਂ ਡਿਸਕ੍ਰਿਸ਼ਨਰੀ ਪਾਵਰਸ ਹੈਗੀਆਂ, ਵਿਵੇਕੀ ਸ਼ਕਤੀਆਂ ਕਹਿੰਦੇ ਆ, ਉਹ 161 ਦੇ ਥੱਲੇ ਉਹ ਕਿਸੇ ਵੀ ਕੈਦੀ ਨੂੰ ਜਿਹੜਾ ਉਹ ਮਾਫੀ ਫਾਂਸੀ ਨਹੀਂ ਛੱਡ ਸਕਦਾ, ਉਹ ਫਾਂਸੀ ਨੂੰ ਤੋੜਨ ਦਾ ਅਧਿਕਾਰ ਹੈ ਨਹੀਂ। ਲਾਈਫ ਸਰਵਿਸ ਨੂੰ ਜਾਂ ਕਿਸੇ ਹੋਰ ਜਿਹੜੀ ਸਜ਼ਾ ਦੇ ਉਹ ਸਜ਼ਾ ਘਟਾ ਨਹੀਂ ਸਕਦਾ, ਤੇ ਉਹਦੀ ਰਹਿੰਦੀ ਸਜ਼ਾ ਮਾਫ ਕਰ ਸਕਦਾ, ਜਾਂ ਯਾਨੀ ਕਿ ਉਹਦੀ ਬਿਲਕੁਲ ਹੀ ਮਾਫ ਕਰ ਸਕਦਾ। ਸੋ ਇਸ ਕੇਸ ਦੇ 3 ਯੂਪੀ ਪੁਲਿਸ ਵਾਲੇ, ਇੱਕ ਪੰਜਾਬ ਪੁਲਿਸ ਵਾਲਾ, ਜਿਹੜੇ CBI ਕੋਰਟ ਦੇ ਯਾਨੀ ਕਿ ਕਨਵਿਕਟ ਸੀਗੇ ਉਮਰ ਕੈਦੀ, ਉਹਨਾਂ ਨੇ ਲਗਭਗ ਸਜ਼ਾ ਹੋਈ ਨੂੰ ਤਾਂ ਥੋੜਾ ਚਿਰ ਹੋਇਆ, ਉਹਨਾਂ ਨੇ ਪੌਣੇ ਕੁ 2 ਸਾਲ ਕਹਿ ਸਕਦੇ, ਉਹਨਾਂ ਨੇ 1.5-2 ਸਾਲ ਉਮਰ ਕੈਦ ਦੇ ਵਿੱਚੋਂ ਕੱਟਿਆ, ਜਿਸ ਤੋਂ ਬਾਅਦ ਉਹ ਨਾਲ ਪਰੋਲ ਦੇ ਉੱਤੇ ਵੀ ਰਹੇ। ਸੋ ਇੰਨੇ ਘੱਟ ਸਮੇਂ ਵਿੱਚ ਉਮਰ ਕੈਦੀ ਨੂੰ, ਜੇ ਸਾਡੇ ਆਪਣੇ ਬੰਦੀ ਸਿੰਘਾਂ ਦੀ ਕੋਈ ਗੱਲ ਕਰੀਏ ਤਾਂ ਫੇਰ ਕਹਿੰਦੇ ਨਹੀਂ ਜੀ ਇੰਨੇ ਸਾਲ ਇਹ CBI ਦਾ ਕੇਸ ਆ, ਇਹ ਸਟੇਟ ਨਹੀਂ ਕਰ ਸਕਦੀ। ਵੱਡੇ ਵੱਡੇ ਇਸ਼ਤਿਹਾਰ ਵੀ ਉਹਨਾਂ ਦਿਨਾਂ ਦੇ ਵਿੱਚ ਸੁਮੇਧ ਸੈਣੀ ਤੇ ਬਾਦਲ ਨੂੰ ਲਾਏ ਗਏ ਇਸ ਗੱਲ ਨੂੰ ਜਸਟੀਫਾਈ ਕਰਨ ਨੂੰ ਕਿ ਅਸੀਂ ਨਹੀਂ ਛੱਡ ਸਕਦੇ, ਜਾਂ ਗਵਰਨਰ ਸਟੇਟ ਲੈਵਲ ਦੀ ਗੱਲ ਨਹੀਂ ਹੈਗੀ, ਇਹ ਸੈਂਟਰ ਗਵਰਨਮੈਂਟ ਕਰੂਗਾ। ਜਿਹਦੇ ਵਿੱਚ ਜਿਹੜਾ ਉਹਨਾਂ ਦੀ ਰਿਲੀਜ਼ ਆਰਡਰ ਹੈਗਾ ਉਹ ਕਿਤੇ ਵੀ ਸੈਂਟਰ ਗਵਰਨਮੈਂਟ ਦਾ ਜ਼ਿਕਰ ਨਹੀਂ ਹੈਗਾ। ਭਾਵੇਂ ਸੁਖਬੀਰ ਬਾਦਲ ਨੇ ਪ੍ਰਸਤਾਵ ਕਰਕੇ ਕਿਹਾ ਸੀ ਜਿਹੜੀ ਹੈ ਸੈਂਟਰ ਕੋਲੋਂ ਵੀ ਜਿਹੜੀ ਆ, ਉਹਨਾਂ ਨੇ ਕਿਹਾ ਵੀ ਜੇ ਗਵਰਨਰ ਛੱਡਦਾ ਤੇ ਸਾਨੂੰ ਕੋਈ ਇਤਰਾਜ਼। ਸੋ ਅਲਟੀਮੇਟਲੀ ਗੱਲ ਤਾਂ ਇਹੀ ਕਿ ਭਾਵੇਂ ਗਵਰਨਰ ਛੱਡੇ, ਭਾਵੇਂ ਸੁਖਬੀਰ ਬਾਦਲ ਛੱਡੇ, ਭਾਵੇਂ ਕੈਪਟਨ ਨੇ ਰਿਕਮੈਂਡ ਕਰੇ, ਭਾਵੇਂ ਸੁਖਬੀਰ ਦੇ ਟਾਈਮ ਦੀ ਫਾਈਲ ਚੁਰੀ ਹੋਵੇ, ਸੋ ਅਲਟੀਮੇਟਲੀ ਇਹ ਸਾਰੇ ਸਟੇਟ ਦੇ ਆਰਗਨ ਜਿਹੜੇ ਆਪਣੇ ਜਿਨ੍ਹਾਂ ਨੇ ਇਹਨਾਂ ਨੇ ਸਟੇਟ ਪਾਲਿਸੀ ਦੇ ਤਹਿਤ ਹੀ ਜਿਹੜਾ ਇਹਨਾਂ ਨੌਜਵਾਨਾਂ ਨੂੰ ਕਿਸੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਸੀ, ਸੋ ਉਹਨਾਂ ਨੂੰ ਫੀਡ ਕਰ ਰਹੇ ਹੈਗੇ ਆ। ਪਹਿਲਾਂ ਪੰਜਾਬ ਪੁਲਿਸ ਦੇ ਬਾਦਲ ਸਰਕਾਰ ਨੇ ਇਹਨਾਂ ਦੇ ਕੇਸਾਂ ਦੀ ਪੈਰਵਾਈ ਲਈ ਇੱਕ ਫੰਡ ਨਿਸ਼ਚਿਤ ਕੀਤਾ ਸੀਗਾ ਪੁਲਿਸ ਵਾਲਿਆਂ ਦੇ, ਜਿਹੜੀ 10 ਸਾਲ ਤੋਂ ਪਹਿਲਾਂ ਸਰਕਾਰ ਸੀ ਉਹਨਾਂ ਦੀ ਪੈਰਵਾਈ ਲਈ ਸਰਕਾਰ ਵੱਲੋਂ, ਯਾਨੀ ਕਿ ਜਿਹੜੇ ਸਾਡੀ ਪੁਲਿਸ ਅਫਸਰ ਸੀ, ਕਾਤਲ ਪੁਲਿਸ ਅਫਸਰ ਸੀ, ਉਹਨਾਂ ਦੀ ਕੇਸਾਂ ਦੀ ਪੈਰਵਾਈ ਲਈ ਸੁਮੇਧ ਸੈਣੀ ਦੇ ਕੇਸ ਲਈ ਹਰੀਸ਼ ਸਾਲ ਦੇ ਵਰਗਾ 7-7 ਲੱਖ ਰੁਪਈਆ, 8 ਲੱਖ ਪਰ ਪੇਸ਼ੀ ਲੈਣ ਵਾਲਾ ਵਕੀਲ ਭੁੱਲਰ ਸਾਹਿਬ ਦੇ ਫਾਦਰ ਤੇ ਮਾਸੜ ਤੇ ਉਹਨਾਂ ਨੂੰ ਐਲੀਮੀਨੇਟ ਕਰਨ ਦਾ ਜਿਹੜਾ ਸੁਪਰੀਮ ਕੋਰਟ ਤੱਕ ਬਾਦਲ ਸਰਕਾਰ ਲੈ ਕੇ ਗਈ, ਵਕੀਲ ਕਰਕੇ ਦਿੱਤਾ। ਸੋ ਇਹ ਸਾਰੇ ਹਮਾਮ ਸਾਰੇ ਨੰਗੇ ਆ, ਬਾਦਲ ਆ, ਕੈਪਟਨ ਆ, ਸੈਂਟਰ ਗਵਰਨਮੈਂਟ ਆ, BJP ਆ। ਸਿੱਖਾਂ ਦੇ ਸੰਬੰਧ ਕਹਿੰਦੇ CBI ਵਾਲਾ ਅਸੀਂ ਕਰ ਨਹੀਂ ਸਕਦੇ। ਹੁਣ ਗਵਰਨਰ ਬਿਲਕੁਲ ਉਹਨਾਂ ਨੂੰ ਉਹ ਕਰ ਰਿਹਾ ਹੈਗਾ, ਬੇਦਾਗ ਕਰ ਦਿੱਤਾ। ਪਾਰਟਨ ਦਾ ਮਤਲਬ ਇਹ ਜੀ ਉਹਨੂੰ ਬੇਦਾਗ ਹੋ ਗਿਆ, ਉਹਦੇ ਤੇ ਕੇਸ ਦਾ ਕੋਈ ਵੀ, ਉਹ ਪਿਛਲੀਆਂ ਤਨਖਾਹਾਂ ਵੀ ਲੈਣਗੇ, ਪ੍ਰਮੋਸ਼ਨਾਂ ਵੀ ਮਿਲਣਗੀਆਂ, ਉਹ ਅਪੁਆਇੰਟ ਵੀ ਹੋਣਗੇ, ਜੇ ਉਹਨਾਂ ਦੀ ਉਮਰ ਰਹਿੰਦੀ ਹੋਈ ਤਾਂ ਉਹ ਦੁਆਰੇ ਨੌਕਰੀਆਂ ਵੀ ਕਰਨਗੀਆਂ, ਪੈਨਸ਼ਨਾਂ ਵੀ ਲੈਣਗੇ। ਸੋ ਇਹ ਫਿਰ ਇੱਕ ਦੋਹਰੇ ਮਾਪਦੰਡ ਆ। ਫਿਰ ਲਖਵਿੰਦਰ ਸਿੰਘ ਹੁਣੀ ਵੀ ਪੰਜਾਬ ਪੁਲਿਸ ਸੀਗੇ ਜਿਨ੍ਹਾਂ ਨੇ ਬੈਂਸ ਸਿੰਘ ਮਾਰਿਆ, ਸੋ ਉਹਨਾਂ ਨੂੰ ਵੀ ਜੇ ਪਾਲਣ ਕਰਦੇ ਹੋ ਤੇ ਉਹਨਾਂ ਨੂੰ ਵੀ ਪਿਛਲੀਆਂ ਸਾਰੀਆਂ ਤਨਖਾਹਾਂ ਦੇ ਦਿਓ। ਉਹਨਾਂ ਨੂੰ ਹੁਣ ਤੱਕ ਹੋ ਸਕਦਾ ਉਹ DSP ਪਰ ਤੱਕ ਗਏ, ਉਹਨਾਂ ਨੂੰ ਵੀ ਪੁਲਿਸ ਦੇ ਵਿੱਚ ਲਾ ਲਓ, ਭਾਈ ਰਾਜੂ ਵਾਲੇ ਨੂੰ ਵੀ ਲਾ ਲਓ। ਸੋ ਇਹ ਜਿਹੜੀਆਂ ਇਹੀ ਆ ਵੀ ਕਾਨੂੰਨ ਕਿਸੇ ਲਈ ਹੋਰ ਜੇ ਤੁਸੀਂ ਇਕੁਐਲਿਟੀ ਉਹ ਲਾ ਕਹਿੰਦੇ ਆ ਤੇ ਇਹੋ ਜਿਹੀਆਂ ਗੱਲਾਂ ਜਦੋਂ ਸਾਹਮਣੇ ਆਉਂਦੀਆਂ ਤਾਂ ਫਿਰ ਆਟੋਮੈਟਿਕਲੀ ਜਿਹੜੀ ਆ ਉਹ ਸ਼ਾਂਤੀ ਨਹੀਂ ਸਮਾਜ 'ਚ ਰਹਿ ਸਕਦੀ, ਲੋਕਾਂ ਦੇ ਵਿੱਚ ਰੋਸ ਆਉਣਾ ਸੁਭਾਵਕ ਹੈਗਾ ਵੀ ਤੁਸੀਂ ਪੁਲਿਸ ਵਾਲਿਆਂ ਨੂੰ 1.5-2 ਸਾਲ ਬਾਅਦ ਛੱਡਦੇ ਹੋ। ਤੇ ਸਿੱਖ ਬੰਦੀ ਜਿਹੜੇ ਜੇ ਉਹਨਾਂ ਨੇ ਕਤਲ ਕੀਤਾ ਤੇ ਉਹਨਾਂ ਨੇ ਜਿਹੜਾ ਲਾਈਫ ਕਨਵਿਕਟ ਆ ਉਹ ਸੇਮ ਆ, ਉਹਦੇ 'ਚ ਕੋਈ ਫਰਕ ਨਹੀਂ ਹੈਗਾ ਵੀ ਉਹਨੇ ਪ੍ਰਧਾਨ ਮੰਤਰੀ ਮਾਰਿਆ, ਮੁੱਖ ਮੰਤਰੀ ਮਾਰਿਆ ਜਾਂ ਰੇਹੜੀ ਵਾਲਾ ਮਾਰਿਆ। ਸੋ ਉਹ ਇੱਕ ਜਾਂ ਝੂਠੇ ਪੁਲਿਸ ਮੁਕਾਬਲੇ 'ਚ ਨੌਜਵਾਨ ਨੂੰ ਮਾਰਿਆ।
ਉਹ ਇੱਕ ਦੋਸ਼ੀ ਹੋ ਗਿਆ, ਉਹ ਕਨਵਿਕਟ ਹੋ ਗਿਆ। ਕਨਵਿਕਟ ਦੀ ਡੈਫੀਨੇਸ਼ਨ ਸੇਮ ਹੀ ਹੈ, ਜਿਹਨੂੰ ਕੋਰਟ ਵੱਲੋਂ ਸਜ਼ਾ ਕੀਤੀ ਹੋਈ ਹੈ। ਸਜ਼ਾ ਸੀਬੀਆਈ ਕੋਰਟ ਨੇ ਕੀਤੀ ਹੈ, ਲਾਲ ਸਿੰਘ ਨੂੰ ਸੀਬੀਆਈ ਕੋਰਟ ਨੇ ਕੀਤੀ ਹੈ। ਉਹ ਕਤਲ ਦਾ ਕੇਸ ਆ, ਉਹ ਲਾਲ ਸਿੰਘ ਤੇ ਕੋਈ ਕਤਲ ਹੈ ਹੀ ਨਹੀਂ, ਕੋਈ ਅਕਰੈਂਸ ਹੀ ਹੈ ਨਹੀਂ, ਸਿਰਫ ਰਿਕਵਰੀ ਆ। ਉਹ 92 ਤੋਂ ਜਿਹੜਾ ਉਹ ਜੇਲ੍ਹ ਦੇ ਵਿੱਚ 27 ਸਾਲ ਹੋ ਗਏ, ਜਾਂ ਭਾਈ ਖਹਿਰਾ 90 ਤੋਂ ਆ, ਆਪਣੇ ਕੈਂਪ ਮਰਡਰ ਵਾਲੇ 95 ਤੋਂ ਆ। ਸੋ ਉਹ ਲਗਾਤਾਰ ਉਹਨਾਂ ਦੇ ਨਾਲ ਜਿਹੜਾ ਦੂਜੇ ਦਰਜੇ ਵਾਲੇ, ਤੀਜੇ ਦਰਜੇ ਵਾਲੇ ਸ਼ਹਿਰੀ ਦਾ ਵਿਹਾਰ ਹੁੰਦਾ, ਤੇ ਪੁਲਿਸ ਵਾਲਿਆਂ ਨੂੰ ਜਿਹੜਾ ਇਸ ਤਰ੍ਹਾਂ ਸਹੂਲਤਾਂ ਦਿੱਤੀਆਂ। ਸੋ ਗਵਰਨਰ ਲਈ ਵੀ ਇਹ ਮਾੜੀ ਗੱਲ ਹੈਗੀ, ਉਹਨੇ ਆਪਣੀ ਰਜਿਸਟ੍ਰੇਸ਼ਨ ਪਾਵਰ ਦਾ ਏਦਾਂ ਦਾ ਪ੍ਰਯੋਗ ਕੀਤਾ ਹੈਗਾ। ਸੋ ਉਹ ਵੀ ਸਟੇਟ ਦਾ ਇੱਕ ਕਰਿੰਦਾ ਹੀ ਹੈਗਾ, ਬਾਦਲ ਵੀ, ਕੈਪਟਨ ਵੀ। ਸੋ ਇਹਨਾਂ ਕਰਿੰਦਿਆਂ ਨੇ ਰਲ ਕੇ ਆਪਣੇ ਨਾਲ ਦੇ ਇੱਕ ਕਰਿੰਦੇ ਦੀ ਜਿਹੜੀ ਆ ਉਹ ਬੰਦ ਖਲਾਸੀ ਕਰਾਈ ਆ। ਜੇ ਤਾਂ ਅਸੀਂ ਇਸ ਤਰ੍ਹਾਂ ਸੋਚਦੇ ਹਾਂ ਫਿਰ ਤਾਂ ਠੀਕ ਹੈ, ਇਹਨਾਂ ਨੇ ਇੱਦਾਂ ਹੀ ਕਰਨਾ ਹੁੰਦਾ, ਸਾਡੇ ਨਾਲ ਵਿਹਾਰ ਕਰਨਾ, ਕਿਉਂਕਿ ਅਸੀਂ ਗੁਲਾਮ ਆ। ਸੋ ਗੁਲਾਮੀ ਜਿਹੜੀ ਆ ਮੇਨ ਉਹਦੇ 'ਚ ਪ੍ਰੋਬਲਮ ਹੈਗੀ ਆ ਵੀ ਕਿਉਂਕਿ ਅਸੀਂ ਗੁਲਾਮ ਆ। ਉਹਨਾਂ ਨੇ ਆਪਣੇ ਕਰਿੰਦਿਆਂ ਦੇ ਨਾਲ ਸਹੀ ਵਿਹਾਰ ਕਰਨਾ, ਤੇ ਜਿਹੜੇ ਉਹਨਾਂ ਦੇ ਗੁਲਾਮ ਆ, ਗੁਲਾਮਾਂ ਦੇ ਨਾਲ ਤਾਂ ਇੱਦਾਂ ਹੀ ਵਿਹਾਰ ਹੁੰਦਾ। ਉਹਨਾਂ 29-30 ਸਾਲ ਹੋ ਗਏ ਬੰਦਿਆਂ ਨੂੰ ਬੱਚਿਆਂ ਨੇ, ਕੋਈ ਬਾਤ ਨਹੀਂ ਪੁੱਛਦਾ। ਤੇ ਬਿਲਕੁਲ ਹੀ ਆਟੇ 'ਚ ਨੂਣ ਵਰਗੀ ਕੋਈ ਨਾ ਕੋਈ ਸਹੂਲਤ 25-36 ਸਾਲੀ, 2 ਬੰਦੇ ਛੱਡ ਕੇ 1 ਬੰਦਾ ਛੱਡ ਕੇ ਇਹਨੂੰ ਕਰੋਲ ਦੇ ਦਿੱਤੀ, ਕਿਸੇ ਬੰਦ ਕਰਤੀ, ਕਿਸੇ ਨੂੰ ਜੇਲ੍ਹ ਟ੍ਰਾਂਸਫਰ ਵੀ ਹੈ ਨਹੀਂ। ਸੋ ਇਹ ਇੱਕ ਵੱਡਾ ਯਾਨੀ ਕਿ ਜ਼ੁਲਮਾਂ ਦੀ ਤੇ ਵਿਤਕਰਿਆਂ ਦੀ ਜਿਹੜੀ ਗਾਥਾ ਹੈਗੀ ਹੈ, ਜਿਹੜੀ ਹੁਣ ਇੱਕ ਨਵਾਂ ਗੁਬਾਰ ਬਣ ਕੇ ਜਿਹੜੀ ਹੈ ਜਵਾਲਾਮੁਖੀ ਜਿਹੜਾ ਫਟੂਗਾ, ਜੇ ਇਹਨੂੰ ਪੈਚਅਪ ਨਾ ਕੀਤਾ ਗਿਆ। ਪਰ ਕੋਈ ਲੱਗਦਾ ਨਹੀਂ ਕਿ ਕੋਈ ਐਸਾ ਸਰਕਾਰ ਕੁਛ ਕਰਨਾ ਚਾਹੁੰਦੀ ਹੈ। ਜੀ, ਤੇ ਮੰਚਪੁਰ ਸਾਹਿਬ, ਜਿਵੇਂ ਸਾਰਾ ਸਿਸਟਮ ਹੈ, ਤੁਸੀਂ ਵੀ ਜੁਡੀਸ਼ਰੀ ਦੇ ਸਾਰੇ ਸਿਸਟਮ ਤੋਂ ਵਾਕਫ ਵੀ ਹੋ ਤੇ ਜਦੋਜਹਿਦ ਵੀ ਕਰਦੇ ਹੋ ਜੁਡੀਸ਼ੀਅਲ ਸਿਸਟਮ ਦੇ ਵਿੱਚ, ਜਿਹੜੇ ਬੰਦੀ ਸਿੰਘਾਂ ਦੇ ਕੇਸ ਹੋਣ ਜਾਂ ਅਦਰਵਾਈਜ਼ ਸਿੱਖ ਨੌਜਵਾਨਾਂ ਦੇ ਕੇਸ ਨੇ, ਤੁਸੀਂ ਇਸ ਸਿਸਟਮ ਦੇ ਵਿੱਚ ਰਹਿੰਦੇ ਆ, ਕਾਨੂੰਨ ਦੇ ਤਹਿਤ ਲੜਦੇ ਵੀ ਹੋ। ਕੀ ਲੱਗਦਾ ਹੈ ਕਿ ਜਿਹੜਾ ਇਹ ਵਰਤਾਰਾ ਹੈ ਜਿਹਦੇ ਤਹਿਤ ਮਤਲਬ ਸਿੱਖਾਂ ਦੇ ਜਿਹੜੇ ਕਾਤਲ ਨੇ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ, ਜਿਨ੍ਹਾਂ ਨੂੰ ਪਹਿਲਾਂ ਤਾਂ ਇਨਸਾਫ ਮਿਲਦਾ ਨਹੀਂ, ਜੇ ਕਿਸੇ ਕੇਸ ਦੇ ਵਿੱਚ ਮਿਲਦਾ ਵੀ ਹੈ ਤੇ ਉਹਨਾਂ ਨੂੰ ਫਿਰ ਬਰੀ ਕਰ ਦਿੱਤਾ ਜਾਂਦਾ, ਕੀ ਇਹ ਵਰਤਾਰਾ ਐਵੇਂ ਹੀ ਜਾਰੀ ਰਹੇਗਾ? ਦੇਖੋ, ਤੇ ਜਿੱਦਾਂ ਇਹ ਜਾਰੀ ਰਹਿਣ ਦੀਆਂ ਸਾਨੂੰ ਤਾਂ ਲੱਗਦੀਆਂ ਵੀ ਹੁਣ ਹੋਰ ਵੀ 3 ਕੇਸਾਂ 'ਚ ਪਿਛਲੇ ਸਾਲ ਜਾਂ ਇਸੇ ਸਾਲ ਦੇ ਸ਼ੁਰੂ 'ਚ ਜਿਹੜੀ ਆ ਉਹ ਸਜ਼ਾਵਾਂ ਹੋਈਆਂ ਸੀਗੀਆਂ। ਤੇ ਉਹਦੇ ਵਿੱਚ ਹੁਣ ਹੋਰ ਵੀ ਕਈ ਕੇਸ ਜਿਹੜੇ ਸੀਬੀਆਈ ਦੇ ਲਗਭਗ 35 ਕੇਸ ਆ, ਜਿਹੜੇ ਪਹਿਲਾਂ ਪਟਿਆਲੇ ਦੀ ਸੀਬੀਆਈ ਕੋਰਟ ਨੂੰ ਮਾਰਦੀ ਆ। ਉੱਥੇ ਇਨਸਾਫ ਵਾਲੇ ਜਾਂ ਐਡਵੋਕੇਸੀ ਵਾਲੇ ਸਤਨਾਮ ਸਿੰਘ ਬੈਂਸ ਹੋਣੀ ਕਿੰਨੀ ਉਹਨਾਂ ਨੇ ਕੀਤੀ ਪੈਰਵਾਈ, ਬੰਦਿਆਂ ਨੂੰ ਗਵਾਹਾਂ ਨੂੰ ਲਿਆਂਦਾ, ਕਰਾਇਆ ਗਵਾਹਾਂ ਨੂੰ, ਫਿਰ ਉਹਨਾਂ ਨੂੰ ਸਜ਼ਾਵਾਂ ਹੋ ਰਹੀਆਂ। ਜਾਂ ਉਹ ਮੇਨ ਕੇਸ ਬਾਪੂ ਚਰਨ ਸਿੰਘ ਦਾ ਜਿਹੜਾ ਹਾਈਲਾਈਟ ਸੀ, ਸੁਪਰੀਮ ਕੋਰਟ ਨੇ ਕਿਹਾ 8 ਮਹੀਨਿਆਂ ਦੇ ਵਿੱਚ ਇਹਨੂੰ ਡਿਸਪੋਜ਼ ਆਫ ਕਰੋ। ਤੇ ਭਾਵੇਂ ਕਿ ਉਹ ਫੈਸਲਾ ਇੱਕ ਦੇਖਣ ਨੂੰ ਚੰਗਾ ਲੱਗਦਾ, ਪਰ ਅਲਟੀਮੇਟਲੀ ਮੰਨ ਲਓ ਅਸੀਂ ਸਜ਼ਾ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਕਰਾਉਣ 'ਚ ਕਾਮਯਾਬ ਵੀ ਹੋ ਜਾਂਦੇ, ਉਹਨਾਂ ਨੂੰ ਲਾਈਫ ਕਨਵਿਕਟੀ ਹੋਣੀ ਆ ਜੀ ਬਾਬਾ ਚਰਨ ਸਿੰਘ ਦੇ ਕਾਰ। ਪਰ ਜੇ ਇਸੇ ਤਰ੍ਹਾਂ ਹੀ ਰਹਿਣਾ ਆ ਤੇ ਕਿਉਂਕਿ ਇਹ ਤਾਂ 3 ਤਾਂ ਯੂਪੀ ਦੇ ਅਫਸਰ ਸੀ, ਇੱਕ ਪੰਜਾਬ ਦਾ ਛੋਟਾ ਸੀ, ਜਿਹੜਾ ਉਹ ਬਾਬਾ ਚਰਨ ਸਿੰਘ ਵਾਲਾ ਤੇ GSP ਤੇ ਉਹ ਤੋਂ ਵੱਡੇ ਅਹੁਦਿਆਂ ਵਾਲੇ ਜਿਹੜੇ ਆ ਅਲਟੀਮੇਟਲੀ CM ਸਿਕਿਉਰਿਟੀ ਦੇ ਜਿਹੜੇ ਬੰਦੇ ਲੱਗੇ ਹੋਏ ਆ ਇੰਚਾਰਜ, ਉਹ ਉਹਦੇ ਵਿੱਚ ਦੋਸ਼ੀ ਹੁੰਦੇ ਆ। ਤੇ ਫਿਰ ਉਹਨਾਂ ਨੂੰ ਤਾਂ ਇਹ 6 ਮਹੀਨਿਆਂ ਦੇ ਵਿੱਚ ਕਢਾ ਦੇਣਗੇ। ਉਹ ਤਾਂ ਇੱਕ ਮਜ਼ਾਕ ਦਾ ਇੱਕ ਉਹ ਬਣ ਗਿਆ ਵਿਸ਼ਾ ਕਿ ਇੱਧਰ ਸਜ਼ਾ ਕੀਤੀ ਸੀਬੀਆਈ ਕੋਰਟ ਨੇ ਤੇ ਇੱਧਰੋਂ ਕੈਪਟਨ ਦੀ ਸਰਕਾਰ ਉਹ ਆਪਣੇ ਸਿਕਿਉਰਿਟੀ ਜਿਹੜਾ ਇੰਚਾਰਜ ਦੇ ਵਿੱਚ ਬੰਦਾ ਹੈਗਾ ਉਹਨੂੰ ਜੇਲ੍ਹ ਭੇਜਣਗੇ। ਉੱਥੇ ਜੇਲ੍ਹ ਦੇ ਵਿੱਚੋਂ ਆ ਕੇ 6 ਮਹੀਨਿਆਂ ਬਾਅਦ ਕਹਿ ਦੇਣਗੇ ਵੀ ਠੀਕ ਆ, ਉਹ ਦੁਬਾਰੇ ਆ ਕੇ ਸਿਕਿਉਰਿਟੀ ਦੇ ਲੱਗ ਜੂਗਾ। ਉਹ ਇੱਕ ਜੁਡੀਸ਼ੀਅਲ ਸਿਸਟਮ ਇੱਕ ਮੌਕਰੀ ਜਿਹੜਾ ਬਣ ਗਿਆ ਵੀ ਠੀਕ ਆ, ਇੱਕ ਤੁਹਾਨੂੰ ਬੰਦਿਆਂ ਨੇ ਮਿਹਨਤ ਕੀਤੀ, ਉੱਥੋਂ ਗਵਾਹੀਆਂ ਬਹੁਤ ਪੈਰਵਾਈ ਕਰਨੀ ਇੰਨੇ ਲੰਬੇ ਸਮੇਂ ਤੱਕ 20-25 ਸਾਲ ਤੱਕ, ਤੇ ਉਹ ਬੰਦੇ ਗਵਾਹ ਅੱਜ ਵੀ ਖੜੇ ਆ ਆਪਣੇ ਪਿਆਰਿਆਂ ਦੇ ਜਿਹੜੇ ਆ ਉਹ ਦੋਸ਼ੀਆਂ ਨੂੰ ਸਜ਼ਾਵਾਂ ਦੇਣ, ਪਰ ਉਹਨਾਂ ਨੂੰ ਧਮਕੀਆਂ ਲਾਲਚ ਸਾਰਾ ਕੁਝ ਮਿਲ ਗਿਆ, ਉਹਦੇ ਬਾਵਜੂਦ ਵੀ ਉਹ ਗਵਾਹੀਆਂ ਦੇਣਗੇ ਦਿੱਤੀਆਂ ਉਹਨਾਂ ਨੇ। ਜੋ ਸਜ਼ਾ ਹੁੰਦੀ ਵੀ 6 ਮਹੀਨੇ ਬਾਅਦ ਬਾਹਰ ਆ ਜਾਣਗੇ, ਫਿਰ ਬੰਦਾ ਸੋਚੂਗਾ ਤਾਂ ਇਹਦੇ ਫਾਇਦਾ ਕੀ ਇਸ ਗੱਲ ਦੇ ਸਜ਼ਾ ਦਵਾਉਂਦਾ, ਇਹਦੇ ਨਾਲ ਤਾਂ ਇਹਨਾਂ ਨੂੰ ਵੈਸੇ ਖਤਮ ਕੀਤਾ ਹੁੰਦਾ। ਫਿਰ ਅਲਟੀਮੇਟਲੀ ਸਟੇਟ ਜਿਹੜੀ ਆ ਜਿਹੜਾ ਉਧਰਲੇ ਪਾਸੇ ਨੂੰ ਜਿਹੜੀ ਧੱਕ ਰਹੀ ਆ ਨੌਜਵਾਨਾਂ ਨੂੰ ਸੋਚਣ ਲਈ ਵੀ ਤੁਸੀਂ ਹਥਿਆਰ ਹੀ ਚੱਕੋ, ਏਦਾਂ ਹੀ ਮਾਰੋ, ਜਿਵੇਂ ਉਹ ਬਿੱਟੂ ਨੂੰ ਮਾਰਿਆ ਵੀ ਸਜ਼ਾ ਤਾਂ ਉਹਨੂੰ 3 ਸਾਲ ਹੀ ਵੱਧ ਤੋਂ ਵੱਧ ਹੋਣੀ ਸੀ। ਸੋ ਸਟੇਟ ਇਸ ਗੱਲ ਲਈ ਪ੍ਰੋਵੋਕੇਸ਼ਨ ਵਧਾ ਰਹੀ ਆ ਵੀ ਜਿਹੜੀ ਕੋਈ ਸਿੱਖ ਆਪਣੀ ਦੁਨੀਆ ਭਰ ਦੇ ਵਿੱਚ ਇੱਕ ਜਮਹੂਰੀ ਲਹਿਰ ਚਲਾ ਕੇ ਲਾਮਬੰਦ ਹੋ ਰਿਹਾ ਉਹ ਨਾ ਕਰਨ, ਹਥਿਆਰਬੰਦ ਵਾਲੇ ਪਾਸੇ ਨੂੰ ਚੱਲਣ। ਫਿਰ ਅਸੀਂ ਉਹ ਦੁਬਾਰੇ ਜਿਹੜਾ ਦੌਰ ਜੋ ਪਹਿਲਾਂ ਚੱਲਦਾ ਰਿਹਾ ਨੌਜਵਾਨਾਂ ਦੇ ਘਾਣ ਦਾ ਉਹ ਦੁਬਾਰੇ ਚਲਾਈਏ। ਸੋ ਇਹ ਇੱਕ ਇਹਦੀ ਹੁਣ ਮੈਂ ਕਿਵੇਂ ਇਹਨੂੰ ਐਕਸਪਲੇਨ ਕਰਾਂ
ਤੇ ਇਸ ਤਰ੍ਹਾਂ ਦੀ ਜਿਹੜੀ ਲੱਗਦੀ ਆ ਵੀ ਪਾਲਿਸੀ ਜਿਹੜੀ ਸਟੇਟ ਜ਼ਰੂਰ ਜੀ। ਹਾਲਾਤ ਇਹੋ ਜਿਹੇ ਬਣਾ ਰਹੀ ਆ ਕਿ ਪੁਲਿਸ ਵਾਲਿਆਂ ਨੂੰ ਬੰਦੇ ਇੰਨੀ ਮਿਹਨਤ ਕਰਦੇ ਵੀ ਨਹੀਂ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਰਨਾ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਸਜ਼ਾਵਾਂ ਦਵਾਈਆਂ 150-200 ਸਾਲ ਬਾਅਦ ਛੱਡਦੇ, ਸਾਡੇ ਬੰਦੇ 30 ਸਾਲ ਬਾਅਦ ਨਹੀਂ ਛੱਡੇ। ਸੋ ਇਹ ਗੱਲ ਕਿੱਧਰ ਨੂੰ ਲੈ ਕੇ ਜਾਂਦੀ ਆ? ਬੰਦਾ ਕੀ ਕਰੇ ਫਿਰ ਇਹ ਇਨਸਾਫ ਲੈਣ ਲਈ? ਸੋ ਇਨਸਾਫ ਲੈਣ ਲਈ ਜਿਹੜਾ ਫਿਰ ਬੰਦਾ ਜਿਹੜਾ ਅਲਟੀਮੇਟ ਜਿਹੜਾ ਰਾਹ ਹੈਗਾ ਜਿਹੜਾ ਪੋਲਿਟਿਕਸ ਦਾ ਹਥਿਆਰ ਵੱਲ ਉਧਰ ਵੱਲ ਨੂੰ ਸੋਚਣ ਤੇ ਮਜਬੂਰ ਹੁੰਦਾ ਵੀ ਹੁਣ ਫਿਰ ਅਸੀਂ ਇੱਦਾਂ ਹੀ ਕਰ ਲੈਂਦੇ ਹਾਂ, ਜੇ ਇਨਸਾਫ ਨਹੀਂ ਦੇਣਾ ਅਸੀਂ ਆਪਣਾ ਇਨਸਾਫ ਆਪ ਕਰ ਲਾਂਗੇ। ਜਿਵੇਂ ਹੁਣ ਆਮ ਵੀ ਲੋਕਾਂ ਦੇ ਵਿੱਚ ਵੀ ਜਿਹੜਾ ਜੁਡੀਸ਼ੀਅਲ ਸਿਸਟਮ ਤੋਂ ਆਮ ਦੇ ਕੇਸਾਂ ਦੇ ਕੇ ਰੇਪ ਦੇ ਕੇਸਾਂ 'ਚ ਪਰਚੇ ਨਹੀਂ ਦਰਜ ਹੁੰਦੇ ਜਾਂ ਕਿਸੇ ਦਾ ਇਹ ਨਹੀਂ ਹੁੰਦਾ। ਜੀ ਆ ਜਲੰਧਰ ਇੱਕ ਰੇਪ ਉਹਨਾਂ ਨੇ ਕੋਈ ਦੋਸ਼ੀ ਸੀਗਾ, ਲੋਕਾਂ ਨੇ ਕੁੱਟ ਮਾਰਤਾ। ਸੋ ਇੱਧਰਲੇ ਪਾਸੇ ਨੂੰ ਅਰਾਜਕਤਾ ਵੱਲ ਨੂੰ ਮੈਂ ਸਮਝਦਾ ਜਿਹੜੀ ਗੱਲ ਜਾਊਗੀ। ਜੇ ਅਦਾਲਤਾਂ ਨਿਆਂ ਕਰਦੀਆਂ ਵੀ ਹੈਗੀਆਂ, ਅਦਾਲਤ ਨੇ ਤਾਂ ਉਹ ਕਰਨਾ ਜੋ ਉਹਦੇ ਸਾਹਮਣੇ ਕਾਗਜ਼ ਆ ਗਏ, ਉਹਨੇ ਸਜ਼ਾ ਦੇ ਦਿੱਤੀ। ਅੱਗੇ ਉਹਨਾਂ ਨੇ ਹੁੰਦੀ ਰੱਖੀ ਹੋਈ ਆ ਵੀ ਇਹ ਪੋਲੀਟੀਕਲ ਡਿਸੀਜਨ ਆ ਉਮਰ ਕੈਦ ਨੂੰ ਛੱਡਣਾ, ਉਹ ਜੇ ਸਾਲ ਬਾਅਦ ਛੱਡਣਗੇ ਜਾਂ ਤਾਂ ਸਾਰਿਆਂ ਨੂੰ ਛੱਡ ਦੋ ਫਿਰ ਇੱਕ ਵਾਰੀ, ਤੇ ਬਾਅਦ ਦੇ ਵਿੱਚ ਦੇਖੀ ਜਾਊਗੀ। ਸੋ ਇਹ ਇਸ ਤਰ੍ਹਾਂ ਦੀ ਸਟੇਟ ਦੀ ਜਿਹੜੀ ਪਾਲਿਸੀ ਆ ਲੋਕਾਂ ਵਾਸਤੇ ਵੀ ਮਾੜੀ ਆ ਤੇ ਸਟੇਟ ਦੇ ਆਪਣੇ ਵਾਸਤੇ ਵੀ ਜਿਹੜੀ ਮਾੜੀ ਹੈ। ਇਹਨਾਂ ਨੂੰ ਜਵਾਬਦੇਹੀ ਕਰਨੀ ਔਖੀ ਹੋ ਜਾਣੀ ਹੈ। ਲੋਕਾਂ ਨੇ ਗਲਮਿਆਂ ਨੂੰ ਹੱਥ ਪਾ ਦੇਣਾ, ਫਿਰ ਇਹਨਾਂ ਨੇ ਸੋਚਣਾ ਵੀ ਇਹ ਕੀ ਬਣਿਆ। ਜੀ ਮਨਸੂਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਇਹਨਾਂ ਦੋਵਾਂ ਇਸ਼ੂਜ਼ ਦੇ ਉੱਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਤੇ ਜਿਹੜੇ ਗਰਾਊਂਡ ਫੈਕਟਸ ਹੈਗੇ ਆ, ਕਾਨੂੰਨੀ ਨੁਕਤਾ ਨਿਗਾਹ ਤੋਂ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਆ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਸਾਰੇ ਸ਼ੋਅ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਕਾਨੂੰਨ ਦੇ ਦੋਹਰੇ ਮਾਪਦੰਡ ਹੈਗੇ ਆ, ਖਾਸ ਤੌਰ ਤੇ ਜਦੋਂ ਸਿੱਖਾਂ ਦੀ ਗੱਲ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਜਿਵੇਂ ਜਿਹੜਾ ਕਾਨੂੰਨ ਹੈ ਭਾਰਤ ਦੇ ਵਿੱਚ ਉਹ ਕਿਵੇਂ ਉਹਦਾ ਵਰਤਾਰਾ ਬਦਲ ਜਾਂਦਾ ਹੈ। ਸੋ ਇਹ ਸਾਰੀ ਗੱਲਬਾਤ ਦੇ ਦੌਰਾਨ ਮੰਚਪੁਰ ਸਾਹਿਬ ਨੇ ਜੋ ਕੰਕਲੂਡਿੰਗ ਕਮੈਂਟ ਦੇ ਵਿੱਚ ਉਹ ਕੀਤੀ ਹੈ ਵੀ ਕਿਤੇ ਨਾ ਕਿਤੇ ਪਾਲਿਸੀ ਸਟੇਟ ਦੀ ਨਜ਼ਰ ਆਉਂਦੀ ਹੈ ਕਿ ਇਸ ਹੱਦ ਤੱਕ ਜਾਂ ਇਸ ਹੱਦ ਤੱਕ ਜਿਹੜਾ ਰਸਤਾ ਹੈ ਉਹਨੂੰ ਭੀੜਾ ਕਰ ਦਿੱਤਾ ਜਾਵੇ ਕਿ ਕੋਈ ਚਾਰਾ ਨਾ ਬਚੇ। ਤੇ ਫਿਰ ਜਦੋਂ ਗੱਲ ਕੋਈ ਵੀ ਨੌਜਵਾਨ ਜਾਂ ਕੋਈ ਵੀ ਜਿਹੜਾ ਸਿਸਟਮ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਜਿਹੜੀ ਆਪਣੀ ਨੀਤੀ ਹੈ ਉਹਦੇ ਤਹਿਤ ਤੁਰਨ ਦੀ ਲਾਈਨ ਆਉਂਦੀ ਹੈ ਤੇ ਫਿਰ ਜਿਹੜਾ ਸਟੇਟ ਆਪਰੇਸ਼ਨ ਹੈ ਅਸੀਂ ਉਸ ਦਾ ਜਿਹੜਾ ਹੈ ਸਹਾਰਾ ਲੈ ਕੇ ਦੁਬਾਰਾ ਫਿਰ ਜਿਹੜੀ ਨਸਲਕੁਸ਼ੀ ਹੈ ਉਹਦੀ ਇੱਕ ਜਿਹੜੀ ਲੀਹ ਹੈ ਉਹ ਪਾਉਣ ਦੀ ਇੱਕ ਜਿਹੜੀ ਪਾਲਿਸੀ ਹੈ, ਮੰਜਪੁਰ ਸਾਹਿਬ ਦੇ ਜਿਹੜੇ ਵਿਚਾਰ ਨੇ ਉਹ ਉਹਨਾਂ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ। ਸੋ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, ਇਸ ਪਲੇਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।